पशु पालक वीरो, इस तो पहला असी ट्रांजिशन पीरियड की गल की सी और तुहाडे लई जानकारी लैके आए सी कि सून तो पहला जिहड़ी 21 दिन आ वो खुराक की होवे। ते तुहाडे नाल असी वादा कीता सी कि असी वो जानकारी लैके आवांगे कि ट्रांजिशन पीरियड जिहड़ा सून तो बाद दा हुंदा है उहदे विच किहड़ी खुराक जिहड़ी है पशुओं नूं दित्ती जावे। सो अज फिर ने साडे नाल डॉक्टर गरेवाल और इन्हां नूं असी इत्थे जी आਇਆਂ आखदे हां। साडे कोल आम ही जिमींदार आउंदे ने कि साडी मੱਝ ਜਾਂ गऊ है वो सज्जस हो चुकी है, उन्होंने किहो जी खुराक दित्ती जावे। सो असी बेनती करांगे डॉक्टर साहब कि साडे नाल वो नुकते साझे कीते जाण जिहदे नाल जानवर जिहड़ा है वधिया दुध भी देवे और समय सिर जिहड़ा फिर बाद दे विच वो बन के दोबारा बच्चा भी देवे और उहदी जिहड़ी सेहत भी अच्छी रहे। सो ਇਹਦੇ बारे ਜਿਹੜੇ ਨੁਕਤੇ ਆ गरेवाल जी ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਸਾਂਝੇ ਕਰਨ। हाँ जी डॉक्टर केवल अरोड़ा जी, ਤੁਸੀਂ ਜਿਹੜੀ ਗੱਲ ਕੀਤੀ ਆ ਉਹ ਇੱਕ ਬਹੁਤ ਮਹੱਤਵਪੂਰਨ ਗੱਲ ਆ। ਜਿਹੜਾ ਤਾਜ਼ਾ ਸੂਆ ਜਾਨਵਰ ਆ ਉਹਦਾ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਉਹ ਹੌਲੀ ਹੌਲੀ ਪਹਿਲੇ ਤਕਰੀਬਨ 45 ਤੋਂ ਲੈ ਕੇ 60 ਦਿਨ ਤੱਕ ਵੱਧਦੀ ਆ। ਉਸ ਤੋਂ ਬਾਅਦ ਉਹ ਥੋੜ੍ਹੀ ਡਿਕਲਾਈਨ ਸ਼ੁਰੂ ਹੋ ਜਾਂਦੀ ਹੈ। ਇਹਨੂੰ ਆਪਾਂ ਲੈਕਟੇਸ਼ਨ ਕਰਵ ਕਹਿੰਦੇ ਆ। ਜਿੰਨੀ ਜਾਨਵਰ ਦੀ ਜਿਹੜੀ ਪੀਕ ਆ, ਜਿਹੜਾ ਵੱਧ ਤੋਂ ਵੱਧ ਦੁੱਧ ਦੇਣ ਦੀ ਸਮਰੱਥਾ 2 ਮਹੀਨੇ ਬਾਅਦ ਆਉਂਦੀ ਆ, ਉਹ ਜਿੰਨੀ ਵੱਧ ਤੋਂ ਵੱਧ ਹੋਊ ਉਨਾ ਉਹਦਾ ਸੂਏ ਦਾ ਦੁੱਧ ਆ ਜਿਹੜਾ ਉਹ ਜ਼ਿਆਦਾ ਹੋਊਗਾ। ਇਸ ਕਰਕੇ ਜਿਹੜੇ ਤਾਜ਼ੇ ਸੂਏ ਜਾਨਵਰ ਦੀ ਪਹਿਲੇ 2 ਮਹੀਨੇ ਸਾਂਭ ਸੰਭਾਲ ਆ ਉਹ ਸਾਰੇ ਸੂਏ ਦਾ ਦੁੱਧ ਨਿਰਧਾਰਿਤ ਕਰ ਦਿੰਦੀ ਆ ਅਤੇ ਫਾਰਮਰ ਦਾ ਜਿਹੜਾ ਪ੍ਰੋਫਿਟ ਆ ਜਾਂ ਉਹਦਾ ਜਿਹੜਾ ਮੁਨਾਫਾ ਵਾ ਉਹ ਉਸ 'ਤੇ ਨਿਰਭਰ ਕਰਦਾ ਕਿ ਤੁਸੀਂ ਜਿਹੜੇ ਪਹਿਲੇ 2 ਮਹੀਨੇ ਆ ਜਿਹੜਾ ਪਸ਼ੂ ਨੂੰ ਕਿਸ ਤਰ੍ਹਾਂ ਸਾਂਭਿਆ। ਇਹਦੇ ਵਿੱਚ ਜਿੱਥੇ ਤੱਕ ਖੁਰਾਕ ਦੀ ਗੱਲ ਆ ਕਿ ਪਸ਼ੂ ਸੂਣ ਤੋਂ ਬਾਅਦ ਜਿਹੜੀ ਖੁਰਾਕ ਆ ਸਾਰਾ ਜਿਹੜਾ ਉਹਦਾ ਸਰੀਰ ਦੀ ਸਿਹਤ ਆ, ਉਹਦੀ ਜਿਹੜੀ ਬਿਮਾਰੀਆਂ ਤੋਂ ਜਿਹੜਾ ਕਈ ਮੈਟਾਬੋਲਿਕ ਡਿਜ਼ੀਜ਼ ਕਹਿੰਦੇ ਆ ਉਹਨਾਂ ਤੋਂ ਬਚਾਅ ਆ ਜਾਂ ਦੁੱਧ ਦੀ ਪੈਦਾਵਾਰ ਆ ਜਾਂ ਦੁੱਧ ਦੇ ਵਿੱਚ ਫੈਟ SNF ਆ, ਇਹ ਜਿਹੜੀਆਂ ਬਹੁਤ ਗੱਲਾਂ ਕਾਫੀ ਹੱਦ ਤੱਕ ਉਹਦੀ ਖੁਰਾਕ 'ਤੇ ਨਿਰਭਰ ਕਰਦੀਆਂ ਨੇ। ਸੂਣ ਵੇਲੇ ਜਿਹੜਾ ਪਸ਼ੂ ਦੀ ਖੁਰਾਕ ਖਾਣ ਦੀ ਸਮਰੱਥਾ ਜਿਹੜੀ ਉਹ ਘੱਟ ਹੁੰਦੀ ਆ ਅਤੇ ਉਹ ਹੌਲੀ ਹੌਲੀ ਵੱਧਦੀ ਆ। ਅਤੇ ਇਸ ਕਰਕੇ ਜਿਹੜਾ ਸੂਣ ਤੋਂ ਜਿਹੜਾ ਪਹਿਲੇ 5-7 ਦਿਨ ਆ ਪਸ਼ੂ ਘੱਟ ਖਾਂਦਾ, ਉਸ ਦੇ ਦੌਰਾਨ ਖਾਸ ਧਿਆਨ ਰੱਖਣਾ ਕਿ ਉਸ ਨੂੰ ਜਿਹੜਾ ਇੱਕੋ ਦਮ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ, ਬਹੁਤ ਜ਼ਿਆਦਾ ਦਲੀਆ ਜਾਂ ਬਹੁਤ ਜ਼ਿਆਦਾ ਗੁੜ ਖਿਲਾ ਦਿੰਦੇ ਆ, ਉਹਦੇ ਨਾਲ ਰਿਊਮਨ ਐਸੀਡੋਸ ਜਿਹਨੂੰ ਤੇਜ਼ਾਬੀਪਣ ਕਹਿੰਦੇ ਆ ਉਹਦਾ ਖਤਰਾ ਵੱਧ ਜਾਂਦਾ ਅਤੇ ਪਸ਼ੂ ਦੀ ਭੁੱਖ ਹੋਰ ਘੱਟ ਜਾਂਦੀ ਆ। ਇਸ ਕਰਕੇ ਜਿਹੜਾ ਖਿਲਾਉਣ ਦੀ ਦਲੀਆ ਜਾਂ ਗੁੜ ਖਿਲਾਉਣ ਦੀ ਮਿਕਦਾਰ ਆ ਉਹ ਪੂਰੀ ਨਾਪਵੀਂ ਤੋਲਵੀਂ ਹੋਣੀ ਚਾਹੀਦੀ ਆ। ਉਦਾਹਰਨ ਦੇ ਤੌਰ 'ਤੇ ਜੇ ਪਸ਼ੂ ਨੂੰ ਤੁਸੀਂ ਦਲੀਆ ਖਿਲਾਉਣਾ ਤਾਂ 1 ਕਿਲੋ ਕਣਕ ਤੋਂ ਵੱਧ ਦਲੀਆ ਨਹੀਂ ਖਿਲਾਉਣਾ ਅਤੇ ਉਹ ਵੀ ਕੋਸ਼ਿਸ਼ ਕਰੋ ਕਿ ਸੰਨੀ 'ਚ ਮਿਕਸ ਕਰਕੇ ਸੰਨੀ ਕਰਕੇ ਖਿਲਾਇਆ ਜਾਵੇ। ਇਸੇ ਤਰ੍ਹਾਂ ਗੁੜ ਆ ਜਿਹੜਾ ਪਾਈਆ ਗੁੜ ਤੋਂ ਵੱਧ ਨਹੀਂ ਖਿਲਾਉਣਾ ਅਤੇ ਉਹ ਵੀ ਤੁਸੀਂ ਦਲੀਏ ਦੇ ਵਿੱਚ ਸੰਨੀ 'ਚ ਮਿਕਸ ਹੋ ਜਾਵੇ ਤਾਂ ਕਿ ਜਿਹੜਾ ਉਹਦੀ ਜਿਹੜਾ ਮਿਹਦਾ ਵਾ ਰਿਊਮਨ ਉਹ ਖਰਾਬ ਨਾ ਹੋਵੇ। ਜਿੱਥੇ ਤੱਕ ਕੈਲਸ਼ੀਅਮ ਦਾ ਸਵਾਲ ਆ, ਕਾਫੀ ਪਸ਼ੂ ਪਾਲਕ ਵੀਰ ਕੈਲਸ਼ੀਅਮ ਦਿੰਦੇ ਆ। ਜਿਹੜੀ ਯੂਨੀਵਰਸਿਟੀ ਸਿਫਾਰਿਸ਼ ਉਹ ਇਹ ਆ ਕਿ ਐਕਸਟਰਾ ਕੈਲਸ਼ੀਅਮ ਆਮ ਹਾਲਤਾਂ 'ਚ ਨਹੀਂ ਦੇਣਾ। ਹਾਂ, ਪਹਿਲੇ 5 ਦਿਨ ਅਸੀਂ ਉਹਨੂੰ ਕੈਲਸ਼ੀਅਮ ਜੈਲ ਕਈ ਤਰ੍ਹਾਂ ਦੀ ਆਉਂਦੀ ਆ ਉਹ ਖਿਲਾ ਸਕਦੇ ਹਾਂ, ਲੇਕਿਨ ਮਿਨਰਲ ਮਿਕਸ ਜਿਹੜੇ ਧਾਤਾਂ ਦਾ ਚੂਰਾ ਉਹ 100 ਗ੍ਰਾਮ ਸੂਣ ਤੋਂ ਬਾਅਦ ਹਰ ਦਿਨ ਦੇਣਾ ਹੀ ਦੇਣਾ। ਅਤੇ ਜੇ ਦੁੱਧ ਵੱਧਦਾ, ਜੇ ਗਾਂ ਦਾ ਦੁੱਧ 20 ਕਿਲੋ ਤੋਂ ਵੱਧਦਾ ਅਤੇ ਮੱਝ ਦਾ 13-14 ਕਿਲੋ ਤੋਂ ਜ਼ਿਆਦਾ ਆ ਤਾਂ ਉਹ 150 ਗ੍ਰਾਮ ਤੱਕ ਕੀਤਾ ਜਾ ਸਕਦਾ ਅਤੇ ਉਹ ਜ਼ਰੂਰ ਦੇਣਾ। ਇੱਕ ਸੰਤੁਲਿਤ ਪਸ਼ੂ ਖੁਰਾਕ ਦੇਣੀ ਆ, ਉਹਦੇ ਬਾਰੇ ਵੀ ਅਸੀਂ ਇਸ ਜਿਹੜੀ ਮੁਲਾਕਾਤ 'ਚ ਗੱਲ ਕਰਾਂਗੇ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਗੱਲ ਦੱਸੀ। ਜਿਹੜੇ ਆਮ ਜ਼ਿਮੀਂਦਾਰ ਮੈਂ ਦੇਖਦਾ ਕਿ 50 ਗ੍ਰਾਮ ਤੋਂ ਵੱਧ ਮਿਨਰਲ ਮਿਕਸਚਰ ਦਿੰਦੇ ਨਹੀਂ। ਦੂਸਰੀ ਜਿਹੜੀ ਗੱਲ ਹੈ ਕਿ ਬਹੁਤ ਸਾਰਾ ਗੁੜ ਖਵਾਉਂਦੇ ਲੋਕ, ਉਹਦੇ ਨਾਲ ਕੀ ਸਮੱਸਿਆ ਆਉਂਦੀ ਹੈ ਕਿ ਉਹਦੇ ਜਿਹੜੇ ਆ ਦਿਮਾਗੀ ਲੱਛਣ ਆ ਜਾਂਦੇ ਔਰ ਬਹੁਤ ਸਾਰੇ ਲੋਕ ਇਹ ਸਮਝਦੇ ਕਿ ਸਰਾਂ ਦਾ ਦੌਰਾ ਪੈ ਗਿਆ। ਸੋ ਬੜੀ ਜਿਹੜੀ ਸਿੱਖਣ ਵਾਲੀ ਗੱਲ ਤੁਹਾਡੇ ਨਾਲ ਜਿਹੜੀ ਮੰਨਦੀ ਹੈ। ਸੋ ਡਾਕਟਰ ਸਾਹਿਬ ਜਿਹੜੀ ਤੁਸੀਂ ਦੱਸਿਆ ਕਿ ਉਹਦੇ ਵਿੱਚ ਕਮਜ਼ੋਰੀ ਵੀ ਨਾ ਆਵੇ, ਦੁੱਧ ਵੀ ਪੂਰਾ ਦੇਵੇ, ਦੁਬਾਰੇ ਬਣਾ ਵੀ, ਉਹਦੇ ਜਿਹੜੇ ਕੀ ਖਾਸ ਜਿਹੜੀਆਂ ਖੁਰਾਕ ਦੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਹਾਂਜੀ, ਇਸ ਤਰ੍ਹਾਂ ਕਿ ਜਦੋਂ ਸੂਣ ਤੋਂ ਬਾਅਦ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਾਨਵਰ ਦੀ ਭੁੱਖ ਘੱਟ ਹੁੰਦੀ ਆ, ਉਹਨੂੰ ਕੋਸ਼ਿਸ਼ ਕੀਤੀ ਆ ਜਿਹੜੀ ਚਾਰੇ ਦੀ ਕੁਆਲਿਟੀ ਆ ਉਹ ਬਹੁਤ ਉੱਤਮ ਹੋਣੀ ਚਾਹੀਦੀ ਆ। ਜੇ ਤੁਸੀਂ ਬਹੁਤ ਜ਼ਿਆਦਾ ਫਾਈਬਰ ਵਾਲਾ ਜਾਂ ਰੇਸ਼ੇਦਾਰ ਚਾਰਾ ਜਿਸ ਤਰ੍ਹਾਂ ਟਾਂਡੇ, ਸੁੱਕੀ ਜਵਾਰ ਹੋਈ ਜਾਂ ਸੁੱਕਾ ਬੱਕਾ ਬਾਜਰਾ ਹੋਇਆ, ਇਸ ਤਰ੍ਹਾਂ ਦਾ ਖੜਾ, ਉਹਦੀ ਭੁੱਖ ਹੋਰ ਘੱਟ ਜਾਏਗੀ। ਸਵਾਦਲਾ ਚੰਗੀ ਗੁਣਵੱਤਾ ਵਾਲਾ ਸਹੀ ਸਟੇਜ 'ਤੇ ਕੱਟਿਆ ਹੋਇਆ ਚਾਰਾ ਹੋਣਾ ਚਾਹੀਦਾ, ਜਿਹਦੇ ਨਾਲ ਉਹਦੀ ਜਿਹੜੀ ਭੁੱਖ ਵੀ ਵੱਧਦੀ ਹੈ ਅਤੇ ਹਜਮ ਹੋਣ ਦੀ ਦਰ ਵੀ ਵੱਧਦੀ ਹੈ ਅਤੇ ਉਹਦਾ ਦੁੱਧ ਵੀ ਵੱਧਦਾ। ਅਤੇ ਇਸ ਦੇ ਨਾਲ ਜਿਹੜਾ ਵੰਡ ਆ ਉਹ ਸੰਤੁਲਿਤ ਹੋਣਾ ਚਾਹੀਦਾ। ਵੰਡ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਯੂਨੀਵਰਸਿਟੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ ਬੜਾ ਵਿਸਥਾਰ ਨਾਲ ਦੱਸਿਆ ਗਿਆ। ਕਈ ਵਾਰ ਉਹ ਹਰੇਕ ਚੀਜ਼ ਜਿਸ ਤਰ੍ਹਾਂ ਕਿੰਨਾ ਕਿਲੋ ਪਾਉਣਾ
ਉਹ ਹਰੇਕ ਚੀਜ਼ ਰਿਪੀਟ ਕਰਨੀ ਥੋੜ੍ਹੀ ਮੁਸ਼ਕਿਲ ਹੋ ਜਾਂਦੀ ਆ। ਲੇਕਿਨ ਮੋਟਾ ਜਿਹੜਾ ਥੰਬ ਰੂਲ ਉਹ ਇਹ ਹੁੰਦਾ, ਜੇ ਫਲੀਦਾਰ ਚਾਰੇ ਨੇ ਜਿਸ ਤਰ੍ਹਾਂ ਬਰਸੀਮ ਆ, ਰਵਾਹ ਨੇ ਜਾਂ ਲੂਸਣ ਆ, ਉਹਦੇ ਨਾਲ ਜਿਹੜਾ ਵੰਡ ਆ ਉਹ ਤਕਰੀਬਨ 19-20% ਪ੍ਰੋਟੀਨ ਵਾਲਾ ਕਾਫੀ ਆ। 18 ਤੋਂ 20% ਪ੍ਰੋਟੀਨ ਚਾਹੀਦੀ ਆ। ਅਤੇ ਉਹ ਵੰਡ ਦੇ ਵਿੱਚ ਤਕਰੀਬਨ 30% ਖਲਾ ਹੋਣ ਅਤੇ 30-35% ਅਨਾਜ ਹੋਣ ਅਤੇ 30% ਜਿਹੜੀ ਖੇਤੀ ਸਹਿ ਉਪਜਾਂ ਚੋਕਰ ਵਗੈਰਾ, ਅਤੇ ਨਾਲ ਮਿਨਰਲ ਮਿਕਸਚਰ 2 ਕਿਲੋ, 1 ਕਿਲੋ ਲੂਣ ਅਤੇ 1 ਕਿਲੋ ਬਾਈਪਾਸ ਫੈਟ ਪਾ ਸਕਦੇ ਹਾਂ। ਇਹ ਜਿਹੜਾ ਥੰਬ ਰੂਲ ਦਾ ਕੰਸਨਟਰੇਟ ਜਾਂ ਵੰਡ ਆ ਉਹ ਫਲੀਦਾਰ ਚਾਰਿਆਂ ਨਾਲ ਬਣਾ ਸਕਦੇ ਹਾਂ। ਹੁਣ ਜੇ ਗੈਰ ਫਲੀਦਾਰ ਚਾਰੇ ਆ, ਜਿਸ ਤਰ੍ਹਾਂ ਆਪਣੀ ਗਰਮੀ ਦੇ ਵਿੱਚ ਤਕਰੀਬਨ 8-9 ਮਹੀਨੇ ਗੈਰ ਫਲੀਦਾਰ ਚਾਰੇ ਰਹਿੰਦੇ ਆ, ਜਿਸ ਤਰ੍ਹਾਂ ਬਾਜਰਾ, ਮੱਕੀ, ਚਰੀ, ਜਮੀ ਵੀ ਗੈਰ ਫਲੀਦਾਰ ਚਾਰਾ, ਉਹਦੇ ਨਾਲ ਵੰਡ ਆ ਜਿਹੜਾ ਉਹ ਘੱਟੋ ਘੱਟ 22 ਤੋਂ 23% ਪ੍ਰੋਟੀਨ ਵਾਲਾ ਜ਼ਰੂਰੀ ਚਾਹੀਦਾ। ਉਹਦੇ ਵਿੱਚ ਖਲਾਂ ਦੀ ਮਿਕਦਾਰ ਆ ਜਿਹੜੀ ਉਹ ਕੁਆਂਟਲ ਦੇ ਵਿੱਚ ਤਕਰੀਬਨ 40% ਜ਼ਰੂਰ ਹੋਣੀ ਚਾਹੀਦੀ ਆ, ਤਾਂ ਉਹ ਜਿਹੜਾ ਪ੍ਰੋਟੀਨ ਆ ਉਹ 22% ਤੱਕ ਬਣੇਗੀ। ਹੁਣ ਜਿਹੜੀ ਪ੍ਰੋਟੀਨ ਦੀ ਗੱਲ ਆ ਉਹ ਬਹੁਤ ਤਾਜ਼ੇ ਸੂਏ ਜਾਨਵਰ ਲਈ ਬਹੁਤ ਮਹੱਤਵਪੂਰਨ ਆ। ਜੇ ਕੁੱਲ ਮਿਸ਼ਰਤ ਖੁਰਾਕ ਜਿਹਦੇ ਵਿੱਚ ਵੰਡ ਵੀ ਆ, ਤੂੜੀ ਵੀ ਆ, ਚਾਰਾ ਜਾਂ ਸਾਈਲੇਜ ਵੀ ਆ, ਜੇ ਸਾਰੀ ਨੂੰ ਆਪਾਂ ਮਿਕਸ ਕਰਕੇ 24 ਘੰਟੇ ਜਿੰਨਾ ਪਸ਼ੂ ਨੂੰ ਦਿੰਦੇ ਹਾਂ, ਜੇ ਆਪਾਂ ਉਹਨੂੰ ਇੱਕ ਉਹਦੀ ਮੇਜਰਮੈਂਟ ਕਰੀਏ ਵੀ ਇਹ 'ਚ ਕਿੰਨੀ ਪ੍ਰੋਟੀਨ ਗਈ, ਉਹਦੇ ਵਿੱਚ ਤਾਜ਼ੇ ਸੂਏ ਜਾਨਵਰ ਨੂੰ ਤਕਰੀਬਨ 16 ਤੋਂ 17% ਪ੍ਰੋਟੀਨ ਉਹਦੇ ਵਿੱਚ ਜ਼ਰੂਰੀ ਆ। ਜੇ ਇਸ ਤੋਂ ਘੱਟ ਪ੍ਰੋਟੀਨ ਹੋਈ ਤਾਂ ਦੁੱਧ ਜਿਹੜਾ ਉਹ ਘੱਟ ਜਾਏਗਾ, ਉਹਦੀ ਪੀਕ ਯੀਲਡ ਘੱਟ ਜਾਏਗੀ। ਦੂਸਰਾ, ਜੇ ਪ੍ਰੋਟੀਨ ਦੀ ਬਹੁਤ ਤਾਕਤ ਰੂਪ ਵਿੱਚ ਖਿਲਾਉਂਦੇ ਹਾਂ, ਕਈ ਵਾਰ ਉਹ ਵੀ ਹੋ ਜਾਂਦਾ, ਜਿਸ ਤਰ੍ਹਾਂ ਬਰਸੀਮ ਬਹੁਤ ਖੁੱਲ੍ਹਾ ਪੈ ਰਿਹਾ, ਨਾਲ ਆਪਾਂ ਖਲਾਂ ਵੀ ਬਹੁਤ ਖੁੱਲ੍ਹੀਆਂ ਪਾਤੀਆਂ, ਉਹਦੇ ਨਾਲ ਕੀ ਹੁੰਦਾ ਕਿ ਪਸ਼ੂ ਆ ਜਿਹੜਾ ਗੱਭਣ ਹੋਣ ਦੀ ਦਰ ਘੱਟ ਜਾਂਦੀ ਆ। ਦੁੱਧ ਤਾਂ ਬਹੁਤ ਦਿੰਦਾ, ਪਰ ਜਿਹੜੀ ਲੋੜ ਤੋਂ ਵੱਧ ਪ੍ਰੋਟੀਨ ਆ 17-18% ਤੋਂ ਜ਼ਿਆਦਾ ਪ੍ਰੋਟੀਨ ਹੋ ਜਾਵੇ 17.5 ਤੋਂ, ਤਾਂ ਇਹਨਾਂ ਗੱਭਣ ਹੋਣ ਦੀ ਦਰ ਘੱਟ ਜਾਂਦੀ ਆ। ਇਸ ਕਰਕੇ ਸੰਤੁਲਿਤ ਖੁਰਾਕ ਪਾਉਣੀ ਆ। ਅਤੇ ਦੂਸਰਾ ਪਸ਼ੂ ਜਿਹੜਾ ਜਿਸ ਤਰ੍ਹਾਂ ਦੱਸਿਆ ਕਿ ਤਾਜ਼ਾ ਸੂਏ ਘੱਟ ਖਾਂਦਾ, ਉਹ ਵੱਧ ਤੋਂ ਵੱਧ ਖਾਵੇ। ਉਹਦੇ ਲਈ 2-3 ਨੁਕਤੇ ਨੇ। ਪਹਿਲੀ ਗੱਲ ਤਾਂ ਇਹ ਆ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰੇ ਦੀ ਕੁਆਲਿਟੀ ਸਹੀ ਹੋਣੀ ਚਾਹੀਦੀ ਆ। ਦੂਸਰਾ, ਚਾਰਾ ਵੰਡ ਅਤੇ ਤੂੜੀ ਮਿਕਸ ਕਰਕੇ ਦੇਣਾ ਚਾਹੀਦਾ। ਜੇ ਅੱਡ ਅੱਡ ਦੋਗੇ ਤਾਂ ਥੋੜ੍ਹਾ ਮਿਕਦਾਰ ਜਿਹੜੀ ਖਾਣ ਦੀ ਉਹ ਘੱਟ ਜਾਂਦੀ ਆ। ਜੇ ਮਿਕਸ ਕਰਕੇ ਦੋਗੇ ਮਿਲਾ ਕੇ, ਤਾਂ ਉਹਨਾਂ ਖਾਣ ਦੀ ਮਿਕਦਾਰ ਵੱਧ ਜਾਂਦੀ ਆ। ਤੀਸਰਾ, ਅਸੀਂ ਇਹਦੇ ਵਿੱਚ ਬਫਰ ਵੰਡ ਦੇ ਵਿੱਚ 1 ਕਿਲੋ ਤੱਕ ਪਾ ਸਕਦੇ ਹਾਂ। ਉਹਦੇ ਨਾਲ ਵੀ ਭੁੱਖ ਆ ਜਿਹੜੀ ਪਸ਼ੂ ਦੀ ਥੋੜ੍ਹਾ ਵੱਧ ਜਾਂਦੀ ਆ। ਬਫਰ ਹੁੰਦਾ ਸੋਡੀਅਮ ਬਾਈਕਾਰਬੋਨੇਟ, ਮਿੱਠਾ ਸੋਡਾ ਅਤੇ ਮੈਗਨੀਸ਼ੀਅਮ ਆਕਸਾਈਡ 3:1 ਦੀ ਰੇਸ਼ੋ ਹੁੰਦੀ ਆ। ਇਹ ਮਿਕਸ ਕਰਕੇ ਬਫਰ ਬਣਦਾ, ਅਤੇ ਉਹ 1 ਕਿਲੋ ਮਿਕਸ ਕੀਤਾ ਹੋਇਆ ਬਫਰ ਆ ਜਿਹੜਾ ਉਹ 1 ਕੁਆਂਟਲ ਫੀਡ ਦੇ ਵਿੱਚ ਪਾ ਦਿੱਤਾ ਜਾਵੇ, ਤਾਂ ਉਹਦੇ ਨਾਲ ਜਿਹੜਾ ਉਹ ਪਸ਼ੂ ਖਾਣ ਦੀ ਸਮਰੱਥਾ ਵੱਧਦੀ ਆ। ਇਸ ਤੋਂ ਬਿਨਾਂ ਜੇ ਪਸ਼ੂ ਦੀ ਜਿਹੜੀ ਦੁੱਧ ਪੈਦਾ ਕਰਨ ਦੀ ਸ਼ਕਤੀ ਬਹੁਤ ਜ਼ਿਆਦਾ, ਤਾਂ ਆਪਾਂ ਯੀਸਟ ਵਗੈਰਾ ਪਾ ਸਕਦੇ ਹਾਂ, ਜਿਹੜਾ ਰਿਊਮਨ ਦੇ ਵਿੱਚ ਜੀਵਾਣੂਆਂ ਨੂੰ ਜ਼ਿਆਦਾ ਪ੍ਰਫੁੱਲਤ ਕਰਨ ਵਿੱਚ ਸਹਾਈ ਹੁੰਦਾ। 150 ਤੋਂ 200 ਗ੍ਰਾਮ ਯੀਸਟ ਆ ਜਿਹੜਾ 1 ਕੁਆਂਟਲ ਫੀਡ ਦੇ ਵਿੱਚ, ਉਹਦੇ ਨਾਲ ਪਸ਼ੂ ਦੀ ਜਿਹੜੀ ਖੁਰਾਕ ਖਾਣ ਦੀ ਸਮਰੱਥਾ ਵੱਧਦੀ ਆ। ਅਤੇ ਤੀਸਰਾ, ਜਿਹੜਾ ਪਾਣੀ ਦਾ ਜਿਹੜਾ ਉਹਦੀ ਉਪਲਬਧਤਾ, ਜੇ ਪਾਣੀ ਉਹਨੂੰ ਪਸ਼ੂ ਨੂੰ ਲੋੜ ਮੁਤਾਬਕ ਪੀ ਸਕੇ, ਅਤੇ ਉਹਦੇ ਨਾਲ 5-7% ਪਸ਼ੂ ਵੱਧ ਖਾ ਜਾਂਦਾ। ਕਿ ਆਪਾਂ ਬੰਨ੍ਹ ਕੇ ਰੱਖਦੇ ਹਾਂ, 2 ਟਾਈਮ ਪਸ਼ੂ ਨੂੰ ਪਾਣੀ ਪਿਲਾਉਂਦੇ ਹਾਂ, ਉਹਦੇ ਨਾਲ ਜਿਹੜੀ ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ ਆ। ਪਾਣੀ ਦੀ ਜਿਹੜੀ ਉਹਦੀ ਪੀਣ ਦੀ ਜਿਹੜੀ ਹੈਗੀ ਆ, ਉਹਦੀ ਆਜ਼ਾਦੀ ਪੂਰੀ ਹੋਣੀ ਚਾਹੀਦੀ ਆ। ਅਤੇ ਇਹ 3 ਨੁਕਤਿਆਂ ਨਾਲ ਆ ਜਿਹੜਾ ਪਸ਼ੂ ਜਿਹੜਾ ਉਹ ਖੁਰਾਕ ਵੱਧ ਖਾਏਗਾ ਅਤੇ ਦੁੱਧ ਉਹਨੂੰ ਪੂਰਾ ਆਏਗਾ, ਪੀਕ 'ਤੇ ਜਾਏਗਾ। ਇਸ ਤੋਂ ਬਿਨਾਂ ਜਿਹੜੀ ਰੀਪਰੋਡਕਸ਼ਨ ਦਾ ਹੈਗਾ ਮਸਲਾ, ਜਿਹੜੀ ਰੀਪਰੋਡਕਸ਼ਨ ਆ, ਜਿੰਨਾ ਚਿਰ ਪਸ਼ੂ ਬੋਡੀ ਵੇਟ ਲੂਜ਼ ਕਰੇਗਾ, ਭਾਰ ਨੂੰ ਲੂਜ਼ ਕਰੇਗਾ, ਉਹ ਹੀਟ 'ਚ ਜਾਂ ਗੱਭਣ ਨਹੀਂ ਹੋਵੇਗਾ, ਹੀਟ 'ਚ ਨਹੀਂ ਆਏਗਾ, ਗੱਭਣ ਨਹੀਂ ਹੋਵੇਗਾ। ਇਸ ਲਈ ਸਾਨੂੰ ਇਹ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਪਸ਼ੂ ਦਾ ਜਿਹੜਾ ਭਾਰ ਜਿਹੜਾ ਘਟ ਰਿਹਾ ਉਹ ਛੇਤੀ ਤੋਂ ਛੇਤੀ ਰੁਕੇ ਅਤੇ ਭਾਰ ਵਧਣਾ ਸ਼ੁਰੂ ਹੋਵੇ 1.5-2 ਮਹੀਨੇ ਦੇ ਵਿੱਚ। ਉਸ ਤੋਂ ਬਾਅਦ ਉਹ ਪਸ਼ੂ ਗੱਭਣ ਛੇਤੀ ਹੋਵੇ। ਸੋ ਡਾਕਟਰ ਸਾਹਿਬ, ਤੁਸੀਂ ਬੜੀ ਜਿਹੜੀ ਆ ਬਹੁਤ ਜ਼ਿਆਦਾ ਡੂੰਘਾ ਨੁਕਤਾ ਮੈਨੂੰ ਲੱਗਿਆ, ਔਰ ਬੜੀ ਵਾਰੀ ਅਸੀਂ ਦੇਖਦੇ ਹਾਂ ਕਿ ਫੀਲਡ ਦੇ ਵਿੱਚ ਜਾਨਵਰਾਂ ਦੇ ਜਿਹੜੇ ਲਿੱਸੇ ਹੋਣੇ ਸ਼ੁਰੂ ਹੋ ਜਾਂਦੇ। ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਤੇਰਾ ਜਾਨਵਰ ਲਿੱਸਾ ਬਹੁਤ ਹੋ ਗਿਆ, ਉਹ ਕਹਿੰਦਾ ਨਹੀਂ ਜੀ, ਜਿੰਨਾ ਚਿਰ ਮਿਲਦਾ ਹੈ ਉਹ ਲਿੱਸਾ ਹੋਊਗਾ ਫਿਰ ਇਹ ਬਣੂਗਾ। ਸੋ ਮੈਨੂੰ ਲੱਗਦਾ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕਰ ਜਾਂਦੇ ਹਾਂ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਜੀ, ਉਸ ਗੱਲ ਵੱਲ ਨਹੀਂ ਧਿਆਨ ਦਿੰਦੇ ਤਾਂ ਜਿਹੜਾ ਉਹ ਤਕਰੀਬਨ ਅਸੀਂ 6-6 ਮਹੀਨੇ ਦਾ ਸਮਾਂ ਲਗਾ ਲੈਂਦੇ ਹਾਂ ਕਿ ਜਾਨਵਰ ਗੱਭ ਦੁਬਾਰੇ ਨਹੀਂ ਹੁੰਦਾ ਗਾ। ਸੋ ਜਿਹੜੀਆਂ ਬੜੀਆਂ ਕੰਮ ਦੀਆਂ ਗੱਲਾਂ, ਫਿਰ ਇਹਨਾਂ ਨੇ ਜਿਵੇਂ ਮਿਨਰਲ ਮਿਕਸਚਰ ਦੀ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਉਹਦੇ ਬਾਰੇ ਵੀ ਬੜਾ ਧਿਆਨ ਦੇਣ ਦੀ ਲੋੜ ਹੈ। ਸੋ ਇਹ ਜਿਹੜੇ ਨੁਕਤੇ ਆ ਵੀ ਜਾਨਵਰ ਦਾ ਭਾਰ ਨਾ ਘਟੇ। ਦਰਅਸਲ ਅਗਲੀ ਜਿਹੜੀ ਗੱਲ ਮੇਰੇ ਮਨ ਦੇ ਵਿੱਚ ਆਈ ਆ ਕਿ ਦੁੱਧ ਵੀ ਚੰਗਾ ਦਿੰਦੇ ਆ ਜਾਨਵਰ, ਪਰ ਜਦੋਂ ਡੇਅਰੀ 'ਤੇ ਲੈ ਕੇ ਜਾਂਦੇ ਆ ਜਾਂ ਜ਼ਿਮੀਦਾਰ ਜਿਹੜਾ ਹੈ ਬਾਜ਼ਾਰ 'ਚ ਵੇਚਣ ਜਾਂਦਾ, ਅਤੇ ਕਈ ਵਾਰ ਜਿਹੜੀ ਉਹਦੀ ਕੁਆਲਿਟੀ ਹੈ ਫੈਟ SNF ਦੀ ਪੂਰੀ ਨਹੀਂ ਹੁੰਦੀ, ਅਤੇ ਲੋਕ ਕਹਿੰਦੇ ਪਾਣੀ ਪਾ ਕੇ ਲੈ ਕੇ ਆਏ। ਉਹ ਬੜੀ ਸਮੱਸਿਆ ਲੋਕਾਂ ਨੂੰ ਆਉਂਦੀ ਹੈ, ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਕੋਈ ਹੇਰਾਫੇਰੀ ਨਹੀਂ ਕੀਤੀ ਹੁੰਦੀ। ਔਰ ਬੜੀ ਤਰ੍ਹਾਂ ਦੇ ਜਿਹੜੇ ਮਿਨਰਲ ਮਿਕਸਚਰ ਮਿਲਦੇ ਆ, ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ
ਵੀ ਕਿਹੜਾ ਮਿਨਰਲ ਮਿਕਸਚਰ ਪਾਈਏ, ਕਿਹੜੇ ਵਿਟਾਮਿਨ ਪਾਈਏ। ਇਹ ਬੜੀ ਵਿਚਾਰਨ ਵਾਲੀ ਗੱਲ ਹੈ ਲੋਕਾਂ ਵਾਸਤੇ। ਇਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਹਾਂਜੀ, ਇਸ ਤਰ੍ਹਾਂ ਦੁੱਧ ਦੀ ਜਿਹੜੀ ਗੁਣਵੱਤਾ ਕੁਆਲਿਟੀ ਦੀ ਗੱਲ ਕੀਤੀ ਉਹ ਬਹੁਤ ਅਹਿਮ ਆ। ਇਹ ਬਹੁਤ ਸ਼ਿਕਾਇਤ ਆਉਂਦੀ ਕਿ ਦੁੱਧ ਦੀ ਫੈਟ ਨਹੀਂ ਵੱਧਦੀ ਜਾਂ SNF ਨਹੀਂ ਵੱਧਦਾ। ਇਹਦੇ ਬਾਰੇ ਮੈਂ ਤੁਹਾਨੂੰ ਦੋ ਕੁ ਗੱਲਾਂ ਕਲੀਅਰ ਕਰਨਾ ਚਾਹਾਂਗਾ। ਪਹਿਲੀ ਗੱਲ ਫੈਟ ਦੀ ਆ। ਫੈਟ ਜਿਹੜੀ ਦੁੱਧ ਦੀ ਘੱਟ ਆਉਣ ਦਾ ਜਿਹੜਾ ਬਹੁਤ ਜ਼ਿਆਦਾ ਘੱਟ ਆਉਣਾ, ਗਾਂ ਦੀ ਕਹਿ ਲਓ 3 ਜਾਂ 3.5 ਤੋਂ ਹੀ ਘੱਟ ਆ ਰਹੀ ਆ, ਮੱਝ ਦੀ ਉਹ 6 ਤੋਂ ਘੱਟ ਆ ਰਹੀ ਆ, ਜਾਂ ਭਲਿਆਟੀ ਮੱਝ ਦੀ 7 ਤੋਂ ਘੱਟ ਆ ਰਹੀ ਆ। ਇਹਦੇ ਕਾਰਨ ਆ ਜਿਹੜਾ ਉਹ ਬਹੁਤ ਹੱਦ ਤੱਕ ਰਿਊਮਨ ਐਸੀਡੋਸਿਸ ਆ, ਰਿਊਮਨ ਦਾ ਤੇਜ਼ਾਬੀਪਣ ਆ। ਹੁਣ ਤੇਜ਼ਾਬੀਪਣ ਉਹ ਜਾਂ ਤਾਂ ਤੁਸੀਂ ਦਲੀਆ ਜਾਂ ਕਣਕ ਇੱਕਦਮ ਖਿਲਾਤੀ ਜ਼ਿਆਦਾ ਅਨਾਜ, ਜਾਂ ਤੁਸੀਂ ਵੰਡ ਆ ਜਿਹੜਾ ਉਹ ਇਕੱਲਾ ਵੰਡ ਸੁੱਕਾ ਖਿਲਾਤਾ, ਜਾਂ ਭਿਉਂ ਕੇ ਵੀ ਇਕੱਲਾ ਵੰਡ ਖਿਲਾਤਾ, ਉਹਨੂੰ ਚਾਰੇ ਜਾਂ ਤੂੜੀ 'ਚ ਮਿਕਸ ਨਹੀਂ ਕੀਤਾ, ਇਹਦੇ ਨਾਲ ਐਸੀਡੋਸਿਸ ਹੋ ਜਾਂਦੀ ਆ। ਜੇ ਉਸੇ ਵੰਡ ਨੂੰ ਤੁਸੀਂ ਚਾਰੇ ਤੂੜੀ 'ਚ ਸਾਈਲੇਜ 'ਚ ਮਿਕਸ ਕਰਕੇ ਖਿਲਾਓਗੇ, ਫੈਟ ਪੂਰੀ ਹੋ ਜੂਗੀ। ਹਾਲਾਂਕਿ ਇਹ ਗੱਲ ਬਹੁਤ ਸਿੰਪਲ ਜੀ ਲੱਗਦੀ ਆ, ਪਰ ਇਹ ਅਸਲੀ ਗੱਲ ਇਹੀ ਆ। ਹੋਰ ਕੋਈ ਪੈਸੇ ਖਰਾਬ ਕਰਨ ਨਾਲੋਂ ਤੁਸੀਂ ਦਾਣਾ ਅਤੇ ਤੂੜੀ ਪੱਠਾ ਮਿਕਸ ਕਰ ਦਿਓ, ਮਿਲਾ ਕੇ ਖਿਲਾ ਦਿਓ, ਤਾਂ ਫੈਟ ਪੂਰੀ ਹੋ ਜਾਏਗੀ। ਇਸ ਤੋਂ ਬਿਨਾਂ ਬਫਰ ਦਾ ਜਿਹੜਾ ਯੂਜ਼ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ 1 ਕਿਲੋ ਕੁਆਂਟਲ ਦੇ ਵਿੱਚ, ਉਹਦੇ ਨਾਲ ਵੀ ਫੈਟ ਆ ਜਿਹੜੀ ਉਹ ਥੋੜ੍ਹੀ ਵੱਧਦੀ ਆ। ਹਾਂ, ਬਾਈਪਾਸ ਫੈਟ ਜਿਹੜੀ ਪਾਉਣ ਨਾਲ ਫੈਟ ਵੱਧਦੀ ਆ, ਲੇਕਿਨ ਬਾਈਪਾਸ ਫੈਟ ਅਸੀਂ ਸਿਰਫ ਉਹਨੂੰ ਸਪਾਰਸ਼ ਕਰਦੇ ਹਾਂ ਜਾਨਵਰ ਨੂੰ ਜਿਹਦਾ ਦੁੱਧ ਜ਼ਿਆਦਾ ਆ। ਗਾਂ ਦਾ ਦੁੱਧ 20-22 ਕਿਲੋ ਤੋਂ ਜ਼ਿਆਦਾ ਆ, ਮੱਝ ਦਾ 13-14 ਕਿਲੋ ਤੋਂ ਜ਼ਿਆਦਾ ਆ, ਉਸ ਨੂੰ ਬਾਈਪਾਸ ਫੈਟ ਪਾਉਣੀ ਆ। ਹਰੇਕ ਜਾਨਵਰ ਨੂੰ ਬਾਈਪਾਸ ਫੈਟ ਪਾਉਣ ਦੀ ਲੋੜ ਨਹੀਂ ਹੈਗੀ। SNF ਦੀ ਇਸ ਤੱਕ ਗੱਲ ਆ, SNF 2 ਕਾਰਨਾਂ ਕਰਕੇ ਘਟਦਾ ਵਾ। ਪਹਿਲਾ ਕਾਰਨ ਹੁੰਦਾ ਕਿ ਖੁਰਾਕ ਦੇ ਵਿੱਚ ਪ੍ਰੋਟੀਨ, ਟੋਟਲ ਪ੍ਰੋਟੀਨ ਜਾਂ ਬਾਈਪਾਸ ਪ੍ਰੋਟੀਨ ਦੀ ਘਾਟ। ਦੂਸਰਾ ਕਾਰਨ ਹੁੰਦਾ ਵਾ ਕਿ ਪਸ਼ੂ ਦੀ ਜਿਹੜੀ ਡਰਾਈ ਮੈਟਰ ਇਨਟੇਕ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਸਿੱਧੇ ਸ਼ਬਦਾਂ 'ਚ ਕੀ ਹੈ, ਪਸ਼ੂ ਨੂੰ ਲੋੜ ਮੁਤਾਬਕ ਖਾਣਾ ਨਹੀਂ ਮਿਲ ਰਿਹਾ, ਭੁੱਖਾ ਰਹਿੰਦਾ। ਇਹ 2 ਕਾਰਨਾਂ ਕਰਕੇ SNF ਘਟਦਾ। ਇਹਨਾਂ 2 ਕਾਰਨਾਂ ਨਾਲ ਜਿਹੜੀ ਪ੍ਰੋਟੀਨ ਸਪਲਾਈ ਆ ਬਲੱਡ 'ਚੋਂ ਘਟ ਜਾਂਦੀ ਹੈ ਅਤੇ SNF ਘਟ ਜਾਂਦਾ। ਹੁਣ ਇਹਨੂੰ ਕਿਵੇਂ ਪੂਰਾ ਕਰਨਾ? ਪ੍ਰੋਟੀਨ ਦੀ ਮੈਂ ਗੱਲ ਪਹਿਲਾਂ ਕੀਤੀ ਆ ਵੀ ਗੈਰ ਫਲੀਦਾਰ ਚਾਰੇ ਨਾਲ 22-23%, ਫਲੀਦਾਰ ਚਾਰੇ 18-19% ਚਾਹੀਦੀ ਆ ਵੰਡ ਦੇ ਵਿੱਚ। ਪਹਿਲਾਂ ਤਾਂ ਪ੍ਰੋਟੀਨ ਪੂਰੀ ਕਰੋ। ਜੇ ਜ਼ਿਆਦਾ ਦੁੱਧ ਆ ਜਾਨਵਰ ਦਾ, ਜਿਸ ਤਰ੍ਹਾਂ ਗਾਂ ਦੁੱਧ 22-25 ਕਿਲੋ ਤੋਂ ਜ਼ਿਆਦਾ ਆ, ਤਾਂ ਬਾਈਪਾਸ ਪ੍ਰੋਟੀਨ ਐਡ ਕਰੋ, ਉਹਦੇ ਵਿੱਚ ਜ਼ਿਆਦਾ ਸ਼ਾਮਿਲ ਕਰੋ। ਜਿਸ ਤਰ੍ਹਾਂ ਰੋਸਟਡ ਸੋਇਆ ਹੋ ਗਈ, ਜਾਂ ਇੱਕ ਮਸਟਰਡ ਬਾਈਪਾਸ ਆਉਂਦੀ ਆ ਟਰੀਟ ਕੀਤੀ ਹੋਈ, ਉਹ ਪਾ ਸਕਦੇ ਆ। ਇਹ ਤੀਸਰਾ ਇਹ ਬਾਈਪਾਸ ਪ੍ਰੋਟੀਨ ਪੂਰੀ ਕਰਨੀ। ਤੀਸਰਾ ਨੁਕਤਾ, ਜਿਸ ਤਰ੍ਹਾਂ ਦੱਸਿਆ ਜਾਨਵਰ ਭੁੱਖਾ ਰਹਿੰਦਾ, ਉਹ ਪਸ਼ੂ ਦੇ 24 ਘੰਟੇ ਦੇ ਵਿੱਚੋਂ ਘੱਟੋ ਘੱਟ 22 ਘੰਟੇ ਖੁਰਲੀ 'ਚ ਖਾਣ ਨੂੰ ਕੁਛ ਹੋਵੇ। ਜੇ ਤੁਸੀਂ ਪਸ਼ੂ ਨੂੰ 6 ਘੰਟੇ ਕਿਤੇ ਖੁਰਲੀ ਦੂਰ ਬੰਨ੍ਹਤਾ ਤਾਂ SNF ਘਟ ਜਾਏਗਾ। ਇਸ ਕਰਕੇ ਉਹਦੇ ਮੂਹਰੇ ਹਰ ਵਕਤ ਖਾਣ ਨੂੰ ਚਾਰਾ, ਤੂੜੀ, ਵੰਡ ਮਿਕਸ ਕੀਤਾ ਹੋਇਆ। ਅਸੀਂ ਤਾਂ ਆਈਡੀਅਲ ਹਾਲਤਾਂ 'ਚ ਇਹ ਕਹਿੰਦੇ ਹਾਂ ਕਿ ਮਿਕਸ ਕੀਤਾ, ਮਿਲਾ ਕੇ ਰੱਖਿਆ ਹੋਇਆ ਵੰਡ ਅਤੇ ਚਾਰਾ ਹੋਵੇ। ਜੇ ਉਹ ਨਹੀਂ ਹੈਗਾ ਤਾਂ ਘੱਟੋ ਘੱਟ ਇਕੱਲਾ ਹਰਾ ਚਾਰਾ ਜ਼ਰੂਰ ਹੋਵੇ, ਤਾਂ ਕਿ ਪਸ਼ੂ ਲੋੜ ਮੁਤਾਬਕ ਖਾ ਸਕੇ। ਹੁਣ ਲਾਸਟ ਦੇ ਵਿੱਚ ਮੈਂ ਛੋਟੀ ਜਿਹੀ ਗੱਲ ਕਰਨਾ ਚਾਹਾਂਗਾ ਕਿ ਮਿਨਰਲ, ਜਿਸ ਤਰ੍ਹਾਂ ਦੀ ਗੱਲ ਕੀਤੀ ਹੈ, ਬਹੁਤ ਤਰ੍ਹਾਂ ਦੇ ਮਿਨਰਲ ਮਿਕਸਚਰ ਮਾਰਕੀਟ ਦੇ ਵਿੱਚ ਉਪਲਬਧ ਨੇ। ਮੇਰੀ ਕਿਸਾਨ ਵੀਰਾਂ ਨੂੰ ਇਹ ਗੁਜ਼ਾਰਿਸ਼ ਆ ਕਿ ਕਿਰਪਾ ਕਰਕੇ ਇਹ ਜਿਹੜੇ ਮਿਨਰਲ ਮਿਕਸਚਰ, ਵਿਟਾਮਿਨ, ਐਡੀਟਿਵ ਨੇ, ਇਹਨਾਂ 'ਤੇ ਪੈਸੇ ਬਹੁਤ ਸੋਚ ਸਮਝ ਕੇ ਖਰਚੋ। ਬਿਨਾਂ ਮਤਲਬ ਤੋਂ ਇਹਨਾਂ 'ਤੇ ਪੈਸੇ ਖਰਚਣ ਦੀ ਕੋਈ ਲੋੜ ਨਹੀਂ। ਮਿਨਰਲ ਮਿਕਸਚਰ ਆ ਜਿਹੜਾ ਉਹ ਧਾਤਾਂ ਲਈ ਹੁੰਦਾ। ਵਿਟਾਮਿਨ ਦੇਖ ਕੇ ਮਿਨਰਲ ਮਿਕਸਚਰ ਬਿਲਕੁਲ ਨਹੀਂ ਖਰੀਦਣਾ। ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਸੇਵਾ ਲਈ ਮਿਨਰਲ ਮਿਕਸਚਰ ਦਿੱਤਾ ਜਾਂਦਾ, ਜਿਹੜਾ ਕਿ ਬਹੁਤ ਵਾਜਿਬ ਰੇਟ 'ਤੇ ਉਪਲਬਧ ਆ, ਯੂਨੀਵਰਸਿਟੀ ਤੋਂ ਲੈ ਸਕਦੇ ਹਾਂ। ਦੂਸਰਾ, ਚਿਲੇਟਡ ਮਿਨਰਲ ਦੀ ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਇੱਕ ਮਾਰਕੀਟ ਦੇ ਵਿੱਚ ਹੈਗਾ ਰੌਲਾ। 90% ਜਾਨਵਰਾਂ ਨੂੰ ਚਿਲੇਟਡ ਮਿਨਰਲ ਦੀ ਲੋੜ ਨਹੀਂ ਹੁੰਦੀ। ਆਮ ਮਿਨਰਲ ਮਿਕਸਚਰ ਵਧੀਆ ਕੁਆਲਿਟੀ ਦਾ ਪੂਰੀ ਮਾਤਰਾ 'ਚ ਪਾਇਆ ਜਾਵੇ, ਉਹ ਸਾਰੀਆਂ ਘਾਟਾਂ ਪੂਰੀਆਂ ਕਰਦਾ। ਚਿਲੇਟਡ ਮਿਨਰਲ ਮਿਕਸਚਰ ਸਿਰਫ ਬਹੁਤ ਜ਼ਿਆਦਾ ਜਿਹੜੇ ਪਸ਼ੂ ਸਟ੍ਰੈਸ 'ਚ ਹੁੰਦੇ ਆ, ਪ੍ਰੋਡਕਸ਼ਨ, ਹੁਣ ਗਾਂ 35 ਕਿਲੋ ਦੁੱਧ ਦੇ ਰਹੀ ਆ, 40 ਕਿਲੋ, ਉੱਥੇ ਅਸੀਂ ਚਿਲੇਟਡ ਮਿਨਰਲ ਨੂੰ ਐਡਵਾਈਸ ਕਰਦੇ ਹਾਂ, ਤਾਂ ਕਿ ਪਸ਼ੂ ਨੂੰ ਜਿਹੜੀ ਉਹ ਸਪੋਰਟ ਆ ਜਿਹੜੀ ਬਾਡੀ ਨੂੰ ਜ਼ਿਆਦਾ ਹੋ ਜਾਵੇ ਅਤੇ ਉਹਦੀ ਰੀਪਰੋਡਕਸ਼ਨ ਆ ਸੁਧਰੇ। ਲੇਕਿਨ ਮੈਂ ਕਹੂੰਗਾ ਪੰਜਾਬ 'ਚ 90% ਪਸ਼ੂਆਂ ਲਈ ਆਮ ਮਿਨਰਲ ਮਿਕਸਚਰ ਨੋਰਮਲ ਵਧੀਆ ਕੁਆਲਿਟੀ ਦਾ ਪੂਰੀ ਮਾਤਰਾ 'ਚ। ਮਾਤਰਾ ਬਹੁਤ ਇੰਪੋਰਟੈਂਟ ਆ। ਇਹ ਨਹੀਂ ਹੈਗਾ ਕਿ ਜੇ 160 ਰੁਪਏ ਕਿਲੋ ਮਿਨਰਲ ਮਿਕਸਚਰ ਆ, ਕੰਪਨੀ ਵਾਲੇ ਕਹਿੰਦੇ ਜੇ 1 ਕਿਲੋ ਹੀ ਬਹੁਤ ਆ, ਜੇ 80 ਰੁਪਏ ਦਾ 2 ਕਿਲੋ ਪਾ ਲਓ। ਪੈਸਿਆਂ ਦੇ ਹਿਸਾਬ ਨਾਲ ਨਹੀਂ, ਉਹ ਉਹਦੇ ਵਿੱਚ ਤੱਤ ਕਿੰਨੇ ਆ, ਕਾਪਰ ਕਿੰਨਾ, ਮੈਂਗਨੀਜ਼ ਕਿੰਨਾ, ਇਹ ਕਿਸਾਨ ਵੀਰ ਨੂੰ ਆਪ ਥੋੜ੍ਹਾ ਜਿਹਾ ਸੋਚਣਾ ਪਊਗਾ। ਵਿਟਾਮਿਨ ਦੀ ਗੱਲ ਆ, ਜਦ ਤੱਕ ਜੇ ਹਰਾ ਚਾਰਾ ਪੈ ਰਿਹਾ ਤਾਂ ਵਿਟਾਮਿਨ ਨੂੰ, ਕਿਸੇ ਵਿਟਾਮਿਨ ਦੀ ਪਸ਼ੂ ਨੂੰ ਨਹੀਂ ਲੋੜ ਹੈਗੀ। ਸਿਰਫ ਟ੍ਰਾਂਜੀਸ਼ਨ ਫੀਡ ਦੇ ਵਿੱਚ ਹੀ ਥੋੜ੍ਹੇ ਵਿਟਾਮਿਨ ਪੈਂਦੇ ਆ, ਉਸ ਤੋਂ ਬਾਅਦ ਨਹੀਂ ਲੋੜ ਹੈਗੀ। ਹਾਂ, ਜੇ ਸਾਈਲੇਜ ਪੈ ਰਿਹਾ ਸਾਰਾ ਸਾਲ ਜਾਂ ਹਰਾ ਚਾਰਾ ਨਹੀਂ ਹੈਗਾ, ਫਿਰ ਸਾਨੂੰ ਵਿਟਾਮਿਨ ਪਾਉਣ ਦੀ ਲੋੜ ਪੈ ਸਕਦੀ ਆ। ਉਹ ਕਿਸੇ ਮਾਹਰ ਦੀ ਸਲਾਹ ਦੇ ਨਾਲ
ਤੁਸੀਂ ਆਪਣੇ ਕਿਹੜੇ ਵਿਟਾਮਿਨ ਪਾਉਣੇ ਆ 2-3 ਉਹ AD3 ਆ E ਆ ਉਹ ਪਾ ਸਕਦੇ ਹੋ। ਲੇਕਿਨ ਬਿਨਾਂ ਮਤਲਬ ਤੋਂ ਮਹਿੰਗੇ ਸਪਲੀਮੈਂਟਾਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ। ਬੇਸਿਕ ਜਿਹੜੀਆਂ ਹੈਗੀਆਂ ਨੇ ਸੋਇਆਬੀਨ ਦੀ ਖਾਲਾ, ਸਰੋਂ ਦੀ ਖਾਲਾ, ਮੱਕੀ ਆ, ਇਹਨਾਂ ਵੱਲ ਧਿਆਨ ਦਿਓ। ਇਹਨਾਂ ਨਾਲ ਜਾਂ ਚਾਰੇ ਦੀ ਗੁਣਵੱਤਾ ਵਾ, ਕਿਸ ਤਰ੍ਹਾਂ ਉਹਨੂੰ ਮਿਕਸ ਕਰਕੇ ਦੇਣਾ, ਇਹ ਜਿਹੜੇ ਨੁਕਤੇ ਨੇ, ਪਾਣੀ ਦੀ ਉਪਲਬਧਤਾ, ਇਹ ਨੁਕਤੇ ਬਹੁਤ ਇੰਪੋਰਟੈਂਟ ਨੇ। ਬੇਸਿਕ ਪਹਿਲਾਂ ਇਹਨਾਂ ਨੂੰ ਠੀਕ ਕਰੋ, ਜਿਹੜੇ ਐਡੀਟਿਵ ਤੇ ਪੈਸੇ ਆ ਉਹ ਫालतू ਖਰਾਬ ਨਾ ਕਰੋ। ਸੋ ਪਸ਼ੂ ਪਾਲਕ ਵੀਰ, ਇਹ ਡਾਕਟਰ ਗਰੇਵਾਲ ਦੀ ਗੱਲਬਾਤ ਨਾਲ ਇਹ ਗੱਲ ਬਹੁਤ ਉੱਭਰ ਕੇ ਸਾਹਮਣੇ ਆਈ ਹੈ ਕਿ ਪਸ਼ੂ ਨੂੰ ਕਿੰਨਾ, ਕਿਵੇਂ ਤੇ ਕਦੋਂ ਕਿਹੋ ਜਿਹਾ ਚਾਰਾ ਖਵਾਉਣਾ। ਔਰ ਇੱਕ ਬੜੀ ਮੈਂ ਸੋਚ ਰਿਹਾ ਸੀ ਕਿ ਆਮ ਤੌਰ 'ਤੇ ਅਸੀਂ ਚਿਲੇਟਡ ਮਿਨਰਲ ਮਿਕਸਚਰ ਮਗਰ ਪੈ ਜਾਂਦੇ ਹਾਂ ਔਰ ਕਹਿੰਦੇ ਹਾਂ ਕਿ ਅਸੀਂ ਚਿਲੇਟਡ ਕੈਲਸ਼ੀਅਮ ਪਾਇਆ, ਜਿਹੜਾ ਕਿ ਚਿਲੇਟਡ ਕੈਲਸ਼ੀਅਮ ਹੁੰਦਾ ਹੀ ਨਹੀਂ। ਜਿਹੜੇ ਹੋਰ ਮਿਨਰਲਸ ਹੁੰਦੇ ਆ ਉਹ ਚਿਲੇਟਡ ਹੁੰਦੇ ਆ। ਸੋ ਸਾਨੂੰ ਖੁਰਾਕ ਦੇ ਵਿੱਚ ਬੜੀ ਸੋਚ ਸਮਝ ਦੀ ਲੋੜ ਹੈ। ਜਿਹੜੀ ਫੈਟ ਐਸਿਡਸ ਦੀ ਕਮੀ ਹੈ, ਉਹ ਜਿਹੜੇ ਸਾਡੇ ਖੁਰਾਕੀ ਤੱਤ ਹੈ ਉਹ ਅਸੀਂ ਠੀਕ ਨਹੀਂ ਪਾ ਰਹੇ, ਜਾਂ ਸਮੇਂ 'ਤੇ ਨਹੀਂ ਪਾ ਰਹੇ, ਜਾਂ ਜਿਵੇਂ ਇਹਨਾਂ ਨੇ ਕਿਹਾ ਕਿ 24 ਘੰਟੇ ਉਪਲਬਧ ਹੋਣ ਉਹ ਨਹੀਂ ਪਾ ਰਹੇ। ਔਰ ਪਾਣੀ ਦੀ, ਜਿਵੇਂ ਇਹਨਾਂ ਨੇ ਕਿਹਾ ਕਿ ਪਾਣੀ ਵੀ ਸਦਾ ਮਿਲਣਾ ਚਾਹੀਦਾ। ਸੋ ਇਹਨਾਂ ਗੱਲਾਂ ਵੱਲ ਜੇ ਅਸੀਂ ਧਿਆਨ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਅਸੀਂ ਖੁਰਾਕ ਦੇ ਵਿੱਚੋਂ ਹੀ ਜਿਹੜਾ ਮੁਨਾਫਾ ਆਪਣਾ ਵਧਾ ਸਕਦੇ ਹਾਂ। ਸੋ ਡਾਕਟਰ ਗਰੇਵਾਲ, ਬੜਾ ਅੱਛਾ ਲੱਗਿਆ ਕਿ ਤੁਸੀਂ ਇਸ ਗੱਲਬਾਤ ਰਾਹੀਂ ਸਾਨੂੰ ਚਾਨਣਾ ਪਾਇਆ ਕਿ ਕਿਵੇਂ ਜਿਹੜਾ ਜਾਨਵਰ ਆਪਣਾ ਪੂਰਾ ਦੁੱਧ ਦੇ ਸਕੇ, ਆਪ ਵੀ ਤੰਦਰੁਸਤ ਰਹਿ ਸਕੇ, ਬੱਚਾ ਵੀ ਤੰਦਰੁਸਤ ਰਹੇ ਔਰ ਹਰੇਕ ਸਾਲ ਜਿਹੜਾ ਬੱਚਾ ਦੇਵੇ। ਸੋ ਜੇ ਇਹਨਾਂ ਗੱਲਾਂ ਵੱਲ ਅਸੀਂ ਧਿਆਨ ਦੇਵਾਂਗੇ ਤਾਂ ਪਸ਼ੂ ਪਾਲਕ ਵੀਰ ਸਾਡੇ ਹੋਰ ਕਾਮਯਾਬ ਹੋਣਗੇ ਔਰ ਵਧੀਆ ਜਿਹੜਾ ਮੁਨਾਫਾ ਆਪਣੇ ਜਾਨਵਰਾਂ ਤੋਂ ਲੈ ਸਕਦੇ ਨੇ।